ਸਤਿ ਸ਼੍ਰੀ ਅਕਾਲ ਜੀ। ਪਿਛਲੇ ਹਫ਼ਤੇ ਮੈਂ ਇੱਕ ਵੀਡੀਓ ਜ਼ਰੀਏ ਤੁਹਾਡੇ ਨਾਲ ਗੱਲ ਕੀਤੀ ਸੀ ਜੋ ਭਾਰਤ ਸਰਕਾਰ ਨੇ ਆਰਡੀਨੈਂਸ ਦੇ ਜ਼ਰੀਏ ਫਾਰਮਰ ਪ੍ਰੋਡਿਊਸਰ ਟ੍ਰੇਡ ਐਂਡ ਕਮਰਸ ਯਾਨੀ ਕਿ ਕਿਸਾਨ ਦੀ ਪੈਦਾਵਾਰ ਖਰੀਦੋ ਫਰੋਖਤ ਅਤੇ ਵਪਾਰ ਜਿਹੜਾ ਐਕਟ ਹੈ 2020 ਉਹ ਜਾਂ ਜਿਹਨੂੰ ਅਸੀਂ APMC ਦਾ ਬਦਲਾਵ ਵੀ ਕਹਿ ਦਿੰਦੇ ਹਾਂ ਉਸ ਬਾਰੇ ਗੱਲ ਕੀਤੀ ਸੀ। ਅੱਜ ਮੈਂ ਉਸੇ ਹੀ ਵਿਸ਼ੇ ਦੇ ਉੱਤੇ ਥੋੜ੍ਹੀ ਜਿਹੀ ਗੱਲ ਹੋਰ ਕਰਨ ਜਾ ਰਿਹਾ ਕਿਉਂਕਿ ਇੱਕ ਸਪਸ਼ਟੀਕਰਨ ਆ ਰਹੇ ਹਨ TV ਉੱਤੇ ਵੀ ਅਤੇ ਜਿਹੜੇ ਅਖਬਾਰਾਂ ਦੇ ਵਿੱਚ ਵੀ। ਉਹਦੇ ਵਿੱਚ ਦੋ ਹੀ ਗੱਲਾਂ ਕੀਤੀਆਂ ਜਾ ਰਹੀਆਂ ਹੈਗੀਆਂ ਕਿ ਇੱਕ ਤਾਂ ਇਹਦਾ ਸਿਰਫ ਕਿਸਾਨਾਂ ਦੇ ਉੱਤੇ ਪ੍ਰਭਾਵ ਦੱਸਿਆ ਜਾ ਰਿਹਾ, ਦੂਜਾ ਇਹ ਕਿਹਾ ਜਾ ਰਿਹਾ ਕਿ ਜਿਹੜੀ MSP ਕਿਤੇ ਨਹੀਂ ਚੱਲੀ, MSP ਲਾਗੂ ਰਹੂਗੀ, ਇਸ ਕਰਕੇ ਕਿਸਾਨਾਂ ਨੂੰ ਕੋਈ ਫਰਕ ਨਹੀਂ। ਹੁਣ ਮੈਂ ਤੁਹਾਡੇ ਨਾਲ ਦੋਨੋਂ ਹੀ ਗੱਲਾਂ ਨੂੰ ਥੋੜ੍ਹੀ ਜਿਹੀ ਵਿਸਥਾਰਪੂਰਵਕ ਸਾਂਝਾ ਕਰਦਾ ਕਿ ਇਹ ਇੰਨੀ ਇੱਕ ਗੱਲ ਨਹੀਂ ਹੈਗੀ, ਇਹ ਗੱਲ ਥੋੜ੍ਹੀ ਜਿਹੀ ਨਹੀਂ, ਇਹ ਕਾफ़ी ਡੂੰਘੀ ਹੈ ਅਤੇ ਇਹਨੂੰ ਸੋਚਣ ਅਤੇ ਵਿਚਾਰਨ ਵਾਲੀ ਗੱਲ ਹੈ ਕਿ ਸਾਡੇ ਨਾਲ ਹੋਣ ਕੀ ਲੱਗਿਆ। ਪਹਿਲੀ ਗੱਲ ਕਿ ਇਹਦਾ ਸਿਰਫ ਅਤੇ ਸਿਰਫ ਕਿਸਾਨਾਂ 'ਤੇ ਪ੍ਰਭਾਵ ਹੈ, ਇਹ ਗੱਲ ਨਹੀਂ ਹੈ। ਇੱਥੇ ਇਕੱਲੇ ਕਿਸਾਨਾਂ 'ਤੇ ਪ੍ਰਭਾਵ ਨਹੀਂ ਪਰ ਇਹਦਾ ਹਰ ਨਾਗਰਿਕ ਦੇ ਉੱਤੇ ਪ੍ਰਭਾਵ ਹੈ। ਪੂਰੇ ਹਿੰਦੁਸਤਾਨ ਦੀ ਜਿਹੜੀ ਆਬਾਦੀ ਹੈ ਉਹਦੇ 'ਤੇ ਹਰ ਵਰਗ 'ਤੇ ਇਹਦਾ ਅਸਰ ਪੈਣਾ ਹੈ ਕਿਉਂਕਿ ਅਸੈਂਸ਼ੀਅਲ ਕੋਮੋਡਿਟੀ ਐਕਟ ਖਤਮ ਕੀਤਾ ਜਿਹਦੇ ਅਧੀਨ ਆਲੂ, ਪਿਆਜ਼, ਦਾਲਾਂ ਕੰਟਰੋਲ ਰੇਟ ਹੁੰਦਾ ਸੀ ਨਾ, ਉਹ ਸਾਰਾ ਖਤਮ ਕੀਤਾ। ਮਤਲਬ ਕਿ ਅੱਜ ਸਿੱਧੀ ਜਮ੍ਹਾਖੋਰੀ ਨੂੰ ਵਧਾਵਾ ਦਿੱਤਾ। ਹੁਣ ਜਮ੍ਹਾਖੋਰੀ ਕਿਸਾਨ ਤਾਂ ਵਿਚਾਰਾ ਕਰ ਨਹੀਂ ਸਕਦਾ ਕਿਉਂਕਿ ਉਹਦੇ ਕੋਲ ਸਮਰੱਥਾ ਨਹੀਂ ਹੈਗੀ। ਉਹਦੇ ਕੋਲ ਨਾ ਤਾਂ ਕੋਲਡ ਸਟੋਰ ਹੈ, ਨਾ ਦੂਜੇ ਸਟੋਰ ਹੈ, ਨਾ ਹੀ ਇੰਨੀ ਸਮਰੱਥਾ ਕਿ ਉਹ ਆਪਦੀ ਪ੍ਰੋਡਿਊਸ ਹੀ ਸਟੋਰ ਕਰ ਸਕੇ ਕਈ ਮਹੀਨਿਆਂ ਤੱਕ। ਸੋ ਇਹ ਕਰਨਾ ਕਿਹਨੇ ਹੈ? ਇਹ ਕਰਨਾ ਹੈ ਵੱਡੇ ਵਪਾਰੀਆਂ ਨੇ ਜਾਂ ਕਾਰਪੋਰੇਟ ਘਰਾਣਿਆਂ ਨੇ ਜਾਂ ਕਹਿ ਲਓ ਕਿ ਸਰਮਾਏਦਾਰਾਂ ਨੇ ਕਰਨਾ ਇਹ ਸਾਰਾ ਕੁਝ। ਸੋ ਅਸਲੀਅਤ ਦੇ ਵਿੱਚ ਹੋਣਾ ਕੀ ਹੈ? ਹੋਣਾ ਹੈ ਕਿ ਕਿਸਾਨ ਤੋਂ ਘੱਟ ਰੇਟ 'ਤੇ ਲੈ ਕੇ ਜਮ੍ਹਾਂ ਕਰਕੇ ਆਮ ਜਨਤਾ ਨੂੰ ਕਈ ਗੁਣਾ ਰੇਟ ਵਧਾ ਕੇ ਵੇਚਿਆ ਜਾਣਾ ਹੈ ਜਿਹਦੇ ਨਾਲ ਕਿਸਾਨ ਨੂੰ ਮਿਲਣਾ ਕੋਈ ਵੱਧ ਨਹੀਂ। ਅੱਜ ਵੀ ਉਹ ਘਾਟੇ 'ਚ ਹੈ ਅਤੇ ਅਗਾਂਹ ਵੀ ਉਹਨੇ ਘਾਟੇ 'ਚ ਹੀ ਰਹਿਣਾ ਅਤੇ ਜਿਹੜੇ ਆਮ ਲੋਕਾਂ ਨੂੰ ਇਹਦਾ ਰੇਟ ਹੋਰ ਕਈ ਗੁਣਾ ਵੱਧ ਦੇਣਾ ਪੈ ਜਾਣਾ, ਉਹਨਾਂ ਦੇ ਜੇਬਾਂ ਉੱਤੇ ਵੀ ਇਹ ਡਾਕਾ ਪੈਣਾ ਹੈ। ਇਹ ਇੱਕ ਚੀਜ਼। ਹੁਣ ਮੈਂ ਦੂਸਰੀ ਗੱਲ ਕੀਤੀ ਸੀ MSP ਦੀ। ਜਿਹੜੀ MSP ਦੀ ਮੈਂ ਗੱਲ ਕਰ ਰਿਹਾ ਕਿ ਸਾਰੇ ਕਹਿ ਰਹੇ ਹੈਗੇ ਆ ਕਿ MSP ਲਾਗੂ ਰਹੇਗੀ, ਇਸ ਕਰਕੇ ਇਹਦਾ ਕੋਈ ਪ੍ਰਭਾਵ ਨਹੀਂ ਕਿਸਾਨਾਂ ਉੱਤੇ। ਹੁਣ ਮੇਰੀ ਗੱਲ ਹੈ ਕਿ ਜੇ MSP ਕਰਕੇ ਹੀ ਸਾਰਾ ਕੁਝ ਸਿਸਟਮ ਚੱਲ ਰਿਹਾ ਹੈ ਫਿਰ MSP ਤਾਂ ਸਰਕਾਰ ਕਈ ਸਾਲਾਂ ਤੋਂ 23 ਫਸਲਾਂ ਦੀ ਫਿਕਸ ਕਰ ਰਹੀ ਹੈ। 23 ਫਸਲਾਂ ਦੇ ਵਿੱਚੋਂ ਕਿੰਨੀਆਂ ਕੁ ਫਸਲਾਂ ਸਾਡੀਆਂ MSP 'ਤੇ ਵਿਕਦੀਆਂ? ਸਿਰਫ 2, ਕਣਕ ਅਤੇ ਝੋਨਾ। ਹਾਲ ਹੀ ਦੇ ਵਿੱਚ ਸਰੋਂ ਦੀ ਅਸੀਂ ਜੇ ਉਦਾਹਰਨ ਲਈਏ, ਸਰੋਂ 400 ਤੋਂ 600 ਰੁਪਏ ਕੁਇੰਟਲ MSP ਤੋਂ ਘਾਟੇ 'ਤੇ ਵਿਕੀ ਹੈ। ਇਹੀ ਹਾਲ ਮੱਕੀ ਦਾ, ਮੂੰਗਫਲੀ ਦਾ ਜਾਂ ਤੁਸੀਂ ਜਿਹੜੀ ਹੋਰ ਕਪਾਹ ਲੈ ਲਓ, ਸਾਰੀਆਂ ਫਸਲਾਂ ਦਾ ਇਹ ਹਾਲ ਹੈ। ਕਿਉਂ? ਜਦੋਂ ਗੱਲ MSP ਤੋਂ ਘੱਟ 'ਤੇ ਆਉਂਦੀ ਹੈ ਰੌਲਾ ਵੀ ਪੈਂਦਾ ਹੈ ਪਰ ਸਰਕਾਰ ਕੋਈ ਜ਼ਰੀਆ ਹੀ ਨਹੀਂ ਸਰਕਾਰ ਦੀ ਖਰੀਦ ਕਰਨ ਦਾ, ਇਸ ਕਰਕੇ ਉਹ MSP ਤੋਂ ਹਮੇਸ਼ਾ ਘੱਟ 'ਤੇ ਵਿਕਦੀ ਹੈ। ਸਿਰਫ 2 ਹੀ ਫਸਲਾਂ ਜਿਹੜੀ ਕਣਕ ਝੋਨੇ ਦੀ ਮੈਂ ਗੱਲ ਕੀਤੀ ਹੈ ਉਹੀ MSP 'ਤੇ ਵਿਕਦੀਆਂ, ਉਹ ਵੀ ਸਿਰਫ ਅਤੇ ਸਿਰਫ 2 ਸੂਬਿਆਂ 'ਚ ਵਿਕ ਰਹੀਆਂ, ਪੰਜਾਬ ਅਤੇ ਹਰਿਆਣੇ ਦੇ ਵਿੱਚ। ਇਹਦੋਂ ਇਲਾਵਾ ਹੋਰ ਕਿਸੇ ਸੂਬੇ ਚਲੇ ਜਾਓ, ਝੋਨਾ ਅਤੇ ਕਣਕ ਵੀ ਜਿਹੜੀ ਹੈ MSP ਤੋਂ ਘਾਟੇ 'ਤੇ ਵਿਕ ਰਹੀ ਹੈ। ਹੁਣ ਪਿੱਛੇ ਜੇ ਕੇਸ ਚੱਲਿਆ ਸੀਗਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਜਿਹਦੇ ਵਿੱਚ ਮੱਕੀ ਅਤੇ ਸਨਫਲਾਵਰ ਦੇ ਉੱਤੇ ਪਟੀਸ਼ਨ ਪਾਈ ਸੀ ਕਿ ਇਹਨਾਂ ਦੀ MSP ਲਾਗੂ ਕੀਤੀ ਜਾਵੇ। ਇਹ ਫਰਕ ਆ ਗਿਆ। ਪਹਿਲਾਂ ਮੈਂ ਗੱਲ ਕੀਤੀ ਹੈ ਫਿਕਸ ਹੁੰਦੀ ਹੈ ਇਹਨਾਂ ਦੀ MSP, ਲਾਗੂ ਨਹੀਂ ਹੁੰਦੀ। ਸੋ ਉਹ ਕੇਸ ਗਿਆ ਸੀ ਕਿ ਲਾਗੂ ਕੀਤੀ ਜਾਵੇ। ਕੇਂਦਰ ਨੇ ਗੱਲ ਪੰਜਾਬ ਸਰਕਾਰ 'ਤੇ ਸੁੱਟਤੀ, ਪੰਜਾਬ ਸਰਕਾਰ ਨੇ ਗੱਲ ਕੇਂਦਰ 'ਤੇ ਸੁੱਟਤੀ। ਉਸ ਕੇਸ ਦਾ ਕੁਛ ਨਹੀਂ ਬਣਿਆ ਅਤੇ ਨਾ ਹੀ ਅੱਜ ਤੱਕ ਉਹਦੀ MSP ਲਾਗੂ ਹੋਈ ਹੈ। ਫਿਕਸ ਹਰ ਸਾਲ ਹੁੰਦੀ ਹੈ ਅਤੇ ਹਰ ਸਾਲ ਇਹ ਫਸਲਾਂ ਫਿਰ ਘਾਟੇ 'ਤੇ ਵਿਕਦੀਆਂ। ਸੋ ਗੱਲ ਸਮਝਣ ਵਾਲੀ ਹੈ ਕਿ ਇਸ ਵਾਰੀ ਗੱਲ MSP ਦੀ ਨਹੀਂ, ਗੱਲ ਪ੍ਰੋਕਿਉਰਮੈਂਟ 'ਤੇ ਆਉਣੀ ਹੈ ਅਤੇ ਇਸ ਵਾਰੀ ਪ੍ਰੋਕਿਉਰਮੈਂਟ ਵੀ ਜਿਹੜੀ ਹੈ ਸਿੱਧੀ ਬੰਦ ਨਹੀਂ ਹੋਏਗੀ। ਪ੍ਰੋਕਿਉਰਮੈਂਟ ਵੀ ਖਰੀਦ ਦਾ ਤਰੀਕਾ ਬਦਲ ਕੇ ਬੰਦ ਹੋਏਗੀ। ਹੁਣ ਉਹ ਖਰੀਦ ਦਾ ਤਰੀਕਾ ਕੀ ਬਦਲਿਆ ਜਾਏਗਾ ਉਹਦੀ ਮੈਂ ਇੱਕ ਉਦਾਹਰਨ ਦਿੰਦਾ। ਜਦੋਂ ਵੀ ਅਸੀਂ ਗੱਲ ਕਰੀਏ ਤਾਂ ਹੁਣ ਅਸੀਂ ਹਾਲ ਹੀ ਦੀ ਗੱਲ ਕਰ ਲਈਏ ਕਿ ਕਣਕ ਦੀ ਫਸਲ ਵਿਕੀ ਹੈ। ਕਣਕ ਦੀ ਫਸਲ ਦੀ MSP ਜਿਹੜੀ ਸੀ ਮਿਨੀਮਮ ਸਪੋਰਟ ਪ੍ਰਾਈਸ ਉਹ 1925 ਰੁਪਏ ਸੀ। 1925 ਰੁਪਏ ਦੇ ਉੱਤੇ 8.5% ਜਿਹੜਾ ਪੰਜਾਬ ਸਰਕਾਰ ਜਿਹੜਾ ਖਰੀਦਦਾਰ ਤੋਂ ਖਰਚਾ ਲੈਂਦੀ ਹੈ, ਉੱਧਰ ਹਰਿਆਣਾ ਸਰਕਾਰ 6.5% ਖਰੀਦਦਾਰ ਤੋਂ ਖਰਚਾ ਲੈਂਦੀ ਹੈ।
8.5% ਚੋਂ ਪੰਜਾਬ ਸਰਕਾਰ ਨੂੰ 6% ਜਾਂਦਾ, 2.5% ਆੜ੍ਹਤੀਏ ਨੂੰ ਜਾਂਦਾ। ਹੁਣ ਉਹ 6% ਚੋਂ ਸਰਕਾਰ ਜਿਹੜੀ ਹੈਗੀ ਹੈ ਉਹ ਆਪਣੇ ਮੁਲਾਜ਼ਮਾਂ ਨੂੰ ਤਨਖਾਹ ਦਿੰਦੀ ਹੈ, ਨਾਲ ਹੀ ਪੇਂਡੂ ਵਿਕਾਸ ਦਾ ਕੰਮ ਕਰਦੀ ਹੈ। ਉਧਰ 2.5% ਚੋਂ ਆੜ੍ਹਤੀਆ ਆਪਦਾ ਪੱਲੀਦਾਰਾਂ ਦਾ ਜਾਂ ਜਿਹੜੇ ਉਹਦੇ ਮੁਨੀਮ ਹੈ ਉਹਨਾਂ ਦਾ ਘਰ ਚਲਾਉਂਦਾ ਹੈ। ਸੋ ਇਹ ਸਿਸਟਮ ਸੀ। ਜੇ ਇਹ 8.5% ਨੂੰ ਕੈਲਕੂਲੇਟ ਕਰੀਏ ਤਾਂ ਖਰੀਦਦਾ ਯਾਨੀ ਕਿ ਵਪਾਰੀ ਨੂੰ 1925 ਮਗਰ 164 ਰੁਪਏ ਵਾਧੂ ਦੇਣੇ ਪੈਂਦੇ ਆ। ਹੁਣ ਹੋਣਾ ਕੀ ਹੈ, ਵਪਾਰੀ ਨੇ ਕਰਨਾ ਕਿ 164 ਰੁਪਏ ਦੇ ਵਿੱਚੋਂ 75 ਰੁਪਏ ਕਿਸਾਨ ਨੂੰ ਵੱਧ ਦੇ ਦੇਣੇ ਆ ਕਿ ਭਾਈ ਤੁਸੀਂ ਜਿਹੜੀ ਹੈਗੀ ਹੈ 1925 ਦੀ ਬਜਾਏ ਮੇਰੇ ਤੋਂ 2000 ਰੁਪਈਆ ਲਓ ਅਤੇ ਕਣਕ ਸਿੱਧੀ ਮੇਰੇ ਗੋਦਾਮ 'ਤੇ ਸਿੱਟ ਦਿਓ। ਠੀਕ ਹੈ ਜੀ। ਸੋ ਇਹਦੇ ਨਾਲ ਕਿਸਾਨ ਨੂੰ 75 ਰੁਪਏ ਵੱਧ ਮਿਲੇ। ਉਧਰੋਂ ਉਹਨੇ 99 ਰੁਪਏ ਬਚਾ ਵੀ ਲਏ। 164 ਸੀਗੇ, 75 ਕਿਸਾਨ ਨੂੰ ਦੇਤੇ, 99 ਆਪਦਾ ਪ੍ਰੋਫਿਟ ਵੀ ਹੋ ਗਿਆ। ਪਰ ਇਹ ਚੀਜ਼ ਜ਼ਿਆਦਾ ਟਾਈਮ ਨਹੀਂ ਚੱਲਦੀ। ਹੁਣ ਸਾਰਿਆਂ ਨੂੰ ਤਾਂ ਲੱਗੂਗਾ ਕਿ ਜੇ ਮੈਂ 75 ਰੁਪਏ ਵੱਧ ਮਿਲ ਰਹੇ ਹੈ, ਮੈਂ ਕਹਿ ਰਿਹਾ ਵੱਧ ਮਿਲਦੇ ਆ, ਤਾਂ ਇਹਦੇ ਤਾਂ ਸਾਡਾ ਮੁਨਾਫਾ, ਇਹਦੇ 'ਚ ਸਾਡਾ ਘਾਟਾ ਕੀ ਹੈ? ਘਾਟੇ ਵਾਲੀ ਗੱਲ ਅੱਗੋਂ ਆਉਣ ਲੱਗੀ ਹੈ। ਹੁਣ ਇਹਦੇ 'ਚ ਜਿਹੜਾ ਘਾਟਾ ਅਸਲ ਪੈਣਾ, ਸਾਲ 2 ਸਾਲ ਇਹ ਚੱਲਣਾ। ਜਦੋਂ ਸਾਰੇ ਕਿਸਾਨ ਮੰਡੀ ਤੋਂ ਬਾਹਰ ਵੇਚਣ ਲੱਗ ਗਏ, ਮੈਜੋਰਟੀ ਕਿਸਾਨ ਮੰਡੀ 'ਚੋਂ ਬਾਹਰ ਵੇਚਣ ਲੱਗ ਗਏ, ਸਰਕਾਰ ਨੇ ਕੀ ਕਹਿਣਾ? ਸਰਕਾਰ ਨੇ ਕਹਿਣਾ ਜੀ ਕਿ ਸਾਡੇ ਕੋਲ ਤਾਂ ਕੋਈ ਆ ਹੀ ਨਹੀਂ ਰਿਹਾ। ਸੋ ਬੜੇ ਤਰੀਕੇ ਨਾਲ ਸਰਕਾਰ ਨੇ ਇਹਦੇ ਵਿੱਚੋਂ ਨਿਕਲ ਜਾਣਾ। ਸਰਕਾਰ ਨੇ ਕਹਿਣਾ ਜੇ ਸਾਡੇ ਕੋਲ ਕੋਈ ਆ ਹੀ ਨਹੀਂ ਰਿਹਾ ਤਾਂ ਅਸੀਂ ਪ੍ਰੋਕਿਉਰਮੈਂਟ ਕੀ ਕਰਨਾ? ਅਸੀਂ ਪ੍ਰੋਕਿਉਰਮੈਂਟ ਬੰਦ ਕਰਦੇ ਹਾਂ। ਹੁਣ ਜਿੱਦਣ ਇਹ ਸਰਕਾਰੀ ਐਲਾਨ ਹੋਣ ਦੀ ਦੇਰ ਹੈ ਕਿ ਅਸੀਂ ਪ੍ਰੋਕਿਉਰਮੈਂਟ ਬੰਦ ਕਰਦੇ ਹਾਂ, ਕਿਉਂਕਿ ਸਰਕਾਰ ਕੋਲ ਕੋਈ ਵੇਚਣ ਨਹੀਂ ਆ ਰਿਹਾ, ਇਸ ਕਰਕੇ ਪ੍ਰੋਕਿਉਰਮੈਂਟ ਬੰਦ ਕੀਤੀ ਜਾ ਰਹੀ ਹੈ। ਇਸ ਦੇ ਜਦਣ ਇਹ ਐਲਾਨ ਹੋਇਆ ਨਹੀਂ, ਉਦਣ ਵਪਾਰ ਨੇ ਆਪਣੇ ਅਸਲ ਰੰਗ ਵਿਖਾ ਦੇਣੇ ਹੈ। ਉਦਣ ਉਹੀ ਵਪਾਰੀ ਜਿਹਨੇ ਸਾਨੂੰ 2000 ਰੁਪਏ ਕੁਇੰਟਲ ਕਣਕ ਦੇ ਦਿੱਤੇ ਸੀ ਨਾ, ਉਸੇ ਨੇ ਕਹਿਣਾ ਕਿ ਮੈਨੂੰ ਤਾਂ 1000 ਰੁਪਏ ਕੁਇੰਟਲ ਹੀ ਵਾਰਾ ਖਾਂਦੀ ਹੈ, ਕਿਉਂਕਿ ਪੰਜਾਬ ਦੇ ਅਤੇ ਹਰਿਆਣੇ ਦੇ ਵਿੱਚ ਕਣਕ ਫਾਲਤੂ ਹੈ। ਠੀਕ ਹੈ, ਤੁਸੀਂ ਵੇਚਣੀ ਹੈ ਵੇਚ ਲਓ। ਸੋ ਜੇ ਕਿਸਾਨ ਕੁਝ ਕਹੂਗਾ ਤਾਂ ਉਹਨੇ ਕਹਿਣਾ ਠੀਕ ਹੈ ਭਾਈ ਤੂੰ ਕਿਤੇ ਹੋਰ ਜਾ ਕੇ ਵੇਚ ਲਾ, ਮੇਰੇ ਕੋਲ ਤਾਂ ਇੰਨੀ ਸਮਰੱਥਾ ਹੈਗੀ ਹੈ, ਮੈਂ ਤਾਂ ਇਦੋਂ ਵੱਧ ਨਹੀਂ ਦੇ ਸਕਦਾ। ਹੁਣ ਕਿਸਾਨ, ਮੈਂ ਪਹਿਲਾਂ ਵੀ ਕਿਹਾ ਕਿ ਸਾਡੇ ਜਿਹੜੇ ਕਿਸਾਨ ਹੈ 90% ਉਹ ਜਾਂ ਛੋਟੇ ਕਿਸਾਨ ਹੈ ਜਾਂ ਮੱਧਮ ਵਰਗ ਦੇ ਕਿਸਾਨ ਹੈ, ਜਿਨ੍ਹਾਂ ਕੋਲ ਇੰਨੀ ਸਮਰੱਥਾ ਨਹੀਂ ਕਿ ਉਹ ਬਾਹਰਲੇ ਸੂਬਿਆਂ ਜਾਂ ਇਹਨੂੰ ਐਕਸਪੋਰਟ ਕਰ ਸਕਣ। ਸੋ ਇਹ ਸਾਰੀ ਚੀਜ਼ ਦੇ ਵਿੱਚ ਅਸਲ ਮੁੱਦਾ ਪ੍ਰੋਕਿਉਰਮੈਂਟ ਦਾ ਹੈਗਾ, ਜਿਹੜੀ ਕਿ ਤਰੀਕੇ ਨਾਲ ਮਾਰਕੀਟਿੰਗ ਦੀ ਰਣਨੀਤੀ ਨਾਲ ਖ਼ਤਮ ਕੀਤੀ ਜਾ ਰਹੀ ਹੈਗੀ ਹੈ। ਹੁਣ ਇਸ ਦਾ ਪ੍ਰਮਾਣ ਅਸੀਂ ਹੋਰ ਵੀ ਲੈ ਸਕਦੇ ਹਾਂ। ਜਿਹੜੇ ਸਾਡੇ ਬਜ਼ੁਰਗ ਜਿਨ੍ਹਾਂ ਨੇ 1965 ਤੋਂ ਪਹਿਲਾਂ ਦਾ ਸਮਾਂ ਦੇਖਿਆ ਹੈਗਾ, ਕਿਉਂਕਿ 1965 ਦੇ ਵਿੱਚ ਪ੍ਰੋਕਿਉਰਮੈਂਟ ਪਹਿਲੀ ਵਾਰੀ ਸ਼ੁਰੂ ਹੋਈ ਸੀ, ਅਤੇ ਉਹ ਸਾਨੂੰ ਦੱਸ ਸਕਦੇ ਹੈਗੇ ਕਿ ਸਾਡਾ ਮੰਡੀਕਰਨ ਦਾ ਕੀ ਹਾਲ ਸੀਗਾ ਉਦੋਂ ਪਹਿਲਾਂ। ਇਹ ਸਾਰੀ ਜਿਹੜੀ ਸਿਸਟਮ ਸੁਧਰਿਆ ਨਾ, ਇਹ 65 ਤੋਂ ਬਾਅਦ ਜਦੋਂ ਪ੍ਰੋਕਿਉਰਮੈਂਟ ਸ਼ੁਰੂ ਹੋਈ ਆ ਉਦੋਂ ਦਾ ਸੁਧਰਿਆ। ਹੁਣ ਇੱਕ ਮੇਰੀ ਛੋਟੀ ਜਿਹੀ ਗੱਲ ਹੋਰ ਆਉਂਦੀ ਹੈ ਕਿ ਇਹਦੇ ਵਿੱਚ ਕਿਸਾਨ ਦਾ ਫਾਇਦਾ ਨਹੀਂ, ਇਹਦੇ ਵਿੱਚ ਖਪਤਕਾਰ ਦਾ ਫਾਇਦਾ ਨਹੀਂ, ਇਹਦੇ ਵਿੱਚ ਸਰਕਾਰ ਦਾ ਵੀ ਫਾਇਦਾ ਨਹੀਂ, ਫਿਰ ਫਾਇਦਾ ਕਿਸ ਦਾ ਹੈ? ਸੋ ਇਹ ਬੜੀ ਵੱਡੀ ਸੋਚਣ ਵਾਲੀ ਗੱਲ ਹੈ ਕਿ ਇਹ ਫਾਇਦਾ ਕਿਹਨੂੰ ਜਾ ਰਿਹਾ ਹੈ ਅਸਲ ਦੇ ਵਿੱਚ। ਸੋ ਧੰਨਵਾਦ।